ਤਾਂ ਜਦੋਂ ਰਿਹਾਈ ਹੁੰਦੀ ਹੈ ਦੋਨਾਂ ਦੀ, ਦੀਪ ਸਿੱਧੂ ਅਤੇ ਭਾਈ ਇਕਬਾਲ ਸਿੰਘ ਹੋਰਾਂ ਦੀ ਇਕੱਠੀ ਰਿਹਾਈ ਹੁੰਦੀ ਹੈ। ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਤਾਂ ਅੱਜ ਉਹ ਆਪਣੇ ਘਰ ਲੁਧਿਆਣੇ ਪਹੁੰਚ ਚੁੱਕਿਆ। ਅਸੀਂ ਸ਼ਾਂਤੀ ਤੇ ਪਹਿਰਾ ਦੇਣ ਲਈ ਲਾਲ ਕਿਲ੍ਹੇ ਪਹੁੰਚੇ ਸੀ ਜੀ। ਸਾਡਾ ਕੋਈ ਹਿੰਸਾ ਦਾ ਮਕਸਦ ਨਹੀਂ ਸੀਗਾ। ਹਿੰਸਾ ਕੁਝ ਠੀਕ ਹੈ ਦੁਖਦ ਘਟਨਾ ਵਾਪਰੀਏ, ਪਰ ਉਸ ਹਿੰਸੇ ਸਰਕਾਰ ਦੀ ਜਿਹੜੀ ਨੀਤੀ ਸੀ ਜ਼ਾਲਮ ਨੀਤੀ ਕਰਕੇ ਹਿੰਸਾ ਹੋਈ ਹੈ। ਗ੍ਰਿਫਤਾਰ ਕੀਤਾ, ਤੁਹਾਡੇ ਨਾਲ ਵਤੀਰਾ ਕਿਹੋ ਜਿਹਾ ਕੀਤਾ ਸੀ ਪੁਲਿਸ ਨੇ? ਕੋਈ ਤੁਹਾਡੇ ਤੇ ਵੀ ਤਸ਼ੱਦਦ ਢਾਇਆ? ਪੁੱਛਿਆ ਸੀ ਮੈਂ ਕਿਹਾ ਤੁਸੀਂ ਗਾਲਾਂ ਕਿਉਂ ਕੱਢਦੇ ਹੋ? ਕਹਿੰਦੇ ਸਾਡੀ ਇਹਨਾਂ ਦੀ ਮਾਤਰ ਭਾਸ਼ਾ ਹੀ ਹੈ ਜੀ, ਉਹਨਾਂ ਦੀ ਗਾਲੀ ਗਲੋ ਚਲੀ। ਉਹ 10 ਵਾਰੀ ਤੋਂ ਮੈਂ ਲਗਾਤਾਰ ਜੀ 26 ਅਪ੍ਰੈਲ ਤੱਕ ਸੁਣਦਾ ਹੀ ਰਿਹਾ ਜੀ। ਅਸੀਂ ਇੱਧਰ ਪਾਠ ਕਰਦੇ ਹਾਂ, ਬਾਣੀ ਦਾ ਜਾਪ ਕਰਦੇ ਹਾਂ ਤੇ ਸਾਡੇ ਸਾਹਮਣੇ ਕੋਈ ਧੂੰਆਂ ਛੱਡੇ। ਅੱਜ ਦੇ ਪੱਖ ਦੇ ਨਵੇਂ ਯੁੱਗ ਦੀਆਂ ਮਸ਼ੀਨਾਂ ਲੱਗੀਆਂ ਨੇ ਕਿ ਅੰਦਰ ਕੋਈ ਹੋਰ ਚੀਜ਼ ਨਾ ਚਲ ਜਾਵੇ। ਚਾਰ ਮਸ਼ੀਨੇ ਚੋਂ ਲੰਘਦੇ ਨੇ ਤੇ ਤਾਂ ਫਿਰ ਜਿਹੜੇ ਜਾਂਦੇ ਨੇ ਉਹਨਾਂ ਦੇ ਕੱਪੜੇ ਉਤਰਵਾ ਕੇ ਚੈੱਕ ਕਰਦੇ ਨੇ ਜੀ। ਪਰ ਅੰਦਰ ਇਹ ਮੇਰਾ ਸਵਾਲ ਕਿ ਤੰਬਾਕੂ ਕਿੱਦਾਂ ਪਹੁੰਚਦਾ ਜਗਤ ਜੂਟ? ਇਹ ਉੱਥੇ ਮੈਂ ਮਰਦਾ ਹੀ ਪਿਆ ਸੀ ਇੱਕ ਤਰੀਕੇ ਨਾਲ। ਵੈਸੇ ਅੰਦਰੋਂ ਚੜ੍ਹਦੀ ਕਲਾ ਚ, ਪਰ ਇਹ ਧੂਮਰਪਾਨ ਸਾਡੇ ਨੇੜੇ ਨਾਲ ਇਹ ਮਰਨ ਦੇ ਬਰਾਬਰ ਹੈ। ਬਹੁਤ ਔਖਾ ਹੁੰਦਾ ਹੋਣਾ, ਤੇ ਡਰ ਵੀ ਲੱਗਦਾ ਹੋਣਾ ਵੀ ਪਤਾ ਨਹੀਂ ਕਦੋਂ ਆਉਣਗੇ। ਕਿੱਦਾਂ ਲੰਘੇ ਸੀਗੇ ਉਦੋਂ ਦਿਨ? ਇੱਕ ਆਪਣੇ ਹੱਕ ਦੀ ਜੋ ਲੜਾਈ ਹੈ ਉਸ ਪਿੱਛੇ ਜੋ ਵੀ ਇਹਨਾਂ ਨੇ ਕਿਹਾ ਤੇ ਕਿਸਾਨਾਂ ਦੇ ਹੱਕ ਵਿੱਚ ਜੋ ਕੁਝ ਵੀ ਹੈ ਬੋਲੇ ਤੇ ਆਪਣੀ ਕੌਮ ਦੀ ਖਾਤਰ ਬੋਲੇ। ਖਾਣ ਨੂੰ ਰੋਟੀ ਵਗੈਰਾ ਦਿੰਦੇ ਸੀਗੇ ਕਿ ਉੱਥੇ ਭੁੱਖਾ ਰੱਖਦੇ ਸੀ ਤੁਹਾਨੂੰ? ਰੋਟੀ ਦੇਣੀ ਤਾਂ ਰੋਟੀ ਤਾਂ ਮਿਲਦੀ ਸੀ, ਪਰ ਰੋਟੀ ਦੇਣ ਦੀ ਜਿਹੜੀ ਨੀਤੀ ਸੀ ਨਾ ਉਹ ਠੀਕ ਨਹੀਂ ਸੀ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਨਮਜੀਤ ਸਿੰਘ ਭੱਲਾ। ਕਿਸਾਨ ਅੰਦੋਲਨ ਦੇ ਵਿੱਚ ਜਦੋਂ 26 ਜਨਵਰੀ ਨੂੰ ਕਿਸਾਨ ਮਾਰਚ ਕੱਢਿਆ ਗਿਆ ਤਾਂ ਇੱਕ ਹਿੱਸਾ ਲਾਲ ਕਿਲ੍ਹੇ ਦੇ ਵੱਲ ਪਹੁੰਚ ਗਿਆ ਸੀਗਾ। ਤਾਂ ਕਈ ਨੌਜਵਾਨਾਂ ਨੂੰ ਪੁਲਿਸ ਨੇ ਉੱਥੇ ਗ੍ਰਿਫਤਾਰ ਵੀ ਕੀਤਾ ਤੇ ਤਸ਼ੱਦਦ ਵੀ ਉਹਨਾਂ ਤੇ ਢਾਈ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਸੀ ਜਿਸ ਤਰ੍ਹਾਂ ਦੀਪ ਸਿੱਧੂ ਹੋ ਗਿਆ ਜਾਂ ਭਾਈ ਇਕਬਾਲ ਸਿੰਘ ਹੋ ਗਏ, ਜਿਨ੍ਹਾਂ ਦੇ ਸਿਰ ਤੇ ਦਿੱਲੀ ਪੁਲਿਸ ਨੇ ਇਨਾਮ ਵੀ ਰੱਖਿਆ। ਪਰ ਉਹ ਕੌਮ ਦੇ ਲਈ ਮਾਣ ਵਾਲੀ ਗੱਲ ਬਣ ਗਈ ਸੀਗੀ ਕਿਉਂਕਿ ਉਹਨਾਂ ਨੇ ਕੌਮ ਦੇ ਲਈ ਕੁਝ ਕੀਤਾ ਸੀਗਾ। ਬਹੁਤ ਲੋਕਾਂ ਨੇ ਉਹਨਾਂ ਦੀ ਪਿਆਰ ਦਿੱਤਾ, ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਕਿ ਜਲਦ ਤੋਂ ਜਲਦ ਉਹ ਜੇਲ੍ਹ ਚੋਂ ਰਿਹਾ ਹੋ ਜਾਣ। ਸਰਕਾਰ ਨੂੰ ਵੀ ਬਹੁਤ ਅਪੀਲਾਂ ਕੀਤੀਆਂ ਕਿ ਛੇਤੀ ਤੋਂ ਛੇਤੀ ਦੀਪ ਸਿੱਧੂ ਜਾਂ ਭਾਈ ਇਕਬਾਲ ਸਿੰਘ ਹੋਰਾਂ ਨੂੰ ਰਿਹਾ ਕੀਤਾ ਜਾਵੇ। ਤਾਂ ਜਦੋਂ ਰਿਹਾਈ ਹੁੰਦੀ ਹੈ ਦੋਨਾਂ ਦੀ, ਦੀਪ ਸਿੱਧੂ ਅਤੇ ਭਾਈ ਇਕਬਾਲ ਸਿੰਘ ਹੋਰਾਂ ਦੀ ਇਕੱਠੀ ਰਿਹਾਈ ਹੁੰਦੀ ਹੈ। ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਤਾਂ ਅੱਜ ਉਹ ਆਪਣੇ ਘਰ ਲੁਧਿਆਣੇ ਪਹੁੰਚ ਚੁੱਕੇ। ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਬੈਠੇ ਹਾਂ। ਸਾਰੇ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਮਾਤਾ ਜੀ, ਪਿਤਾ ਜੀ, ਪਤਨੀ ਅਤੇ ਦੋਨੋਂ ਬੇਟੀਆਂ ਉਹਨਾਂ ਦੀਆਂ ਇੱਥੇ ਮੌਜੂਦ ਨੇ ਤੇ ਭਾਈ ਇਕਬਾਲ ਸਿੰਘ ਹੋਰੀ ਵੀ ਮੌਜੂਦ ਨੇ। ਗੱਲਬਾਤ ਕਰਾਂਗੇ। ਭਾਈ ਸਾਹਿਬ ਠੀਕ ਠਾਕ ਹੋ? ਚੜ੍ਹਦੀ ਕਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਸ਼ੁਕਰਾਨਾ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕਰਦੇ ਹੋਏ, ਕਿਉਂਕਿ ਸਤਿਗੁਰ ਜੀ ਕਿਤੇ ਗਏ ਨਹੀਂ ਗਏ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਵਾਂ ਔਨ ਏਅਰ ਚੈਨਲ ਦਾ, ਜਿਨ੍ਹਾਂ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਪੂਰਾ ਤੁਹਾਡਾ ਹੌਸਲਾ ਹੈ ਤੇ ਹਰ ਵੇਲੇ ਤੁਸੀਂ ਸੱਚ ਦੇ ਨਾਲ ਡਟ ਕੇ ਖੜੇ ਹੁੰਦੇ ਹੋ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਲੱਗ ਰਿਹਾ ਘਰ ਆ ਕੇ ਮਨ ਨੂੰ ਸ਼ਾਂਤੀ ਮਿਲੀ? ਦੇਖੋ, ਸ਼ਾਂਤੀ ਤਾਂ ਸਦਾ ਹੀ ਸ਼ਾਂਤੀ ਹੈ। ਸਾਡਾ ਸਿਸਟਮ ਜਿਹੜਾ ਨਾ ਸ਼ਾਂਤੀ ਵਾਲਾ ਹੀ ਹੈ। ਉਹ ਸ਼ਾਂਤੀ ਸਾਨੂੰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਸ਼ਾਂਤੀ ਤੇ ਪਹਿਰਾ ਦੇਣ ਲਈ ਲਾਲ ਕਿਲ੍ਹੇ ਪਹੁੰਚੇ ਸੀ ਜੀ। ਸਾਡਾ ਕੋਈ ਹਿੰਸਾ ਦਾ ਮਕਸਦ ਨਹੀਂ ਸੀਗਾ। ਹਿੰਸਾ ਕੁਝ ਠੀਕ ਹੈ ਦੁਖਦ ਘਟਨਾ ਵਾਪਰੀਏ, ਪਰ ਉਸ ਹਿੰਸੇ ਸਰਕਾਰ ਦੀ ਜਿਹੜੀ ਨੀਤੀ ਸੀ ਜ਼ਾਲਮ ਨੀਤੀ ਕਰਕੇ ਹਿੰਸਾ ਹੋਈ ਹੈ। ਉਹਦਾ ਜੋ ਆ ਉਹ ਦੁਖਦ ਹੋਇਆ ਸੀ। ਉਹਦੇ ਲਈ ਗੁਰੂ ਸਾਹਿਬ ਦੇ ਅੱਗੇ ਇਹੀ ਬੇਨਤੀ ਕਰੇ, ਇਹੋ ਜਿਹੀ ਘਟਨਾ ਵਾਪਰੇ ਨਾ ਮੁੜ ਕੇ ਕਦੀ ਵੀ। ਲੜਾਈ ਝਗੜੇ ਤੋਂ ਅਸੀਂ ਪਹਿਲਾਂ ਹੀ ਲੜਾਈ ਝਗੜੇ ਨਾਲ, ਸਾਡਾ ਲੜਾਈ ਵਾਲਾ ਸਿਸਟਮ ਨਹੀਂਗਾ, ਸਾਡਾ ਹਮੇਸ਼ਾ ਪਿਆਰ ਵਾਲਾ ਸਿਸਟਮ ਹੈ ਜੀ, ਪਿਆਰ ਵਾਲਾ। ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ ਏ, ਸਾਚ ਕਹੂੰ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਸਾਡਾ ਕਿਸੇ ਨਾਲ ਕਿਸੇ ਪ੍ਰਕਾਰ ਦਾ ਵੈਰ ਨਹੀਂਗਾ। ਸਾਡਾ ਸਤਿਗੁਰ ਨਿਰਵੈਰ ਹੈ ਤੇ ਸਾਨੂੰ ਸਮਝਾਉਂਦੇ ਨੇ ਕਿ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੀ ਆਈ। ਇਹੀ ਨੀਤੀ ਤੇ ਅਸੀਂ ਪਹਿਰਾ ਦਿੰਦੇ ਹਾਂ ਤੇ ਅੰਤਲੇ ਸਵਾਸਾਂ ਤੱਕ ਦਿੰਦੇ ਹੀ ਰਵਾਂਗੇ। ਇੱਕ ਪਾਸੇ ਦਿੱਲੀ ਪੁਲਿਸ ਨੇ ਤੁਹਾਡੇ ਸਿਰ ਤੇ 50,000 ਦਾ ਇਨਾਮ ਰੱਖਿਆ, ਦੂਜੇ ਪਾਸੇ ਕੌਮ ਦੇ ਵਾਸਤੇ ਤੁਸੀਂ ਜਿਹੜੇ ਲੋਕ ਨੇ ਉਹ ਤੁਹਾਨੂੰ ਇੰਨਾ ਪਿਆਰ ਦੇਣ ਲੱਗੇ, ਤੁਹਾਡੇ ਵਾਸਤੇ ਅਰਦਾਸਾਂ ਕਰਨ ਲੱਗੇ ਕਿ ਜਲਦ ਤੋਂ ਜਲਦ ਤੁਸੀਂ ਰਿਹਾ ਹੋਵੋ, ਸਾਡੇ ਵਿੱਚ ਆਓ। ਕਿਸ ਤਰ੍ਹਾਂ ਲੱਗਦਾ ਜੋ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੁਹਾਨੂੰ? ਇਹ ਸਮੂਹ ਸੰਗਤ, ਉਹ ਸੰਗਤ ਜਿਹੜੀ ਸਰਕਾਰ ਦੀ ਜ਼ਾਲਮ ਨੀਤੀ ਦੇ ਵਿਰੁੱਧ ਚੱਲ ਰਹੀ ਏ ਤੇ ਪਹਿਰਾ ਦੇ ਕੇ ਮੋਰਚਾ ਲਾ ਕੇ ਕਿਸਾਨ ਵੀਰ ਵੀ ਬੈਠੇ ਹੋਏ ਨੇ
ਤੇ ਹੋਰ ਜਿਹੜੀ ਸਰਕਾਰ ਦੀ ਮਾਰੂ ਨੀਤੀ ਹੈ, ਉਹ ਮਾਰੂ ਨੀਤੀ ਦੇਸ਼ ਮਾਰੂ ਨੀਤੀ ਹੈ। ਦੇਸ਼ ਮਾਰੂ, ਦੇਸ਼ ਦਾ ਨੁਕਸਾਨ ਲਗਾਤਾਰ ਹੋ ਰਿਹਾ ਹੈ, ਹਰ ਵਕਤ ਹੋ ਰਿਹਾ। ਕਦੀ ਨੋਟਬੰਦੀ ਦੇ ਨਾਮ ਤੇ ਝੂਠ ਬੋਲ ਕੇ ਕਿ ਤੁਸੀਂ ਮੈਨੂੰ ਵੋਟ ਦਿਓ, ਤੁਹਾਨੂੰ 15 ਲੱਖ ਰੁਪਏ ਤੁਹਾਡੇ ਖਾਤੇ 'ਚ ਪਾਵਾਂਗੇ। ਕਿਸੇ ਦੇ ਖਾਤੇ 'ਚ ਅੱਜ ਤੱਕ 15 ਲੱਖ ਕੀ 15 ਰੁਪਏ ਵੀ ਨਹੀਂ ਪਾਏ ਇਹਨਾਂ ਨੇ। ਤੇ ਤੁਹਾਨੂੰ ਗ੍ਰਿਫਤਾਰ ਪੁਲਿਸ ਨੇ ਕਿੱਥੋਂ ਕੀਤਾ ਸੀਗਾ ਤੇ ਹੋਇਆ ਕੀ ਸੀਗਾ ਅਸਲ ਵਿੱਚ? ਇਹ ਹੁਸ਼ਿਆਰਪੁਰ ਦੇ ਕੋਲੋਂ ਜੀ ਗੁਰਸਰ ਨੇ ਬਖਸ਼ਿਸ਼ ਕੀਤੀ। ਉਹ ਵੀ ਇੱਕ ਯਾਤਰਾ ਗੁਰਸਰ ਨੇ ਜੇਲ੍ਹ ਦੀ ਕਰਾਣੀ ਸੀਗੀ, ਤੇ ਇਹ ਚੜ੍ਹਦੀ ਕਲਾ ਲਈ ਯਾਤਰਾ ਹੀ ਹੈ ਜੀ। ਹਾਂਜੀ। ਤੇ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ, ਤੁਹਾਡੇ ਨਾਲ ਵਤੀਰਾ ਕਿਹੋ ਜਿਹਾ ਕੀਤਾ ਸੀ ਪੁਲਿਸ ਨੇ? ਕੋਈ ਤੁਹਾਡੇ ਤੇ ਵੀ ਤਸ਼ੱਦਦ ਢਾਇਆ ਸੀ? ਦੇਖੋ ਜੀ, ਜਿਹੜੇ ਕ੍ਰਾਈਮ ਬ੍ਰਾਂਚ ਵਾਲੇ ਜੋ ਕੀਤਾ, ਉਹਨਾਂ ਦਾ ਸੁਭਾਅ ਹੈ, ਉਹਨਾਂ ਦੀ ਮਾਤਰ ਭਾਸ਼ਾ ਜਿਹੜੀ ਹੈ, ਉਹ ਮਾਤਰ ਭਾਸ਼ਾ ਪੁੱਛਿਆ ਸੀ ਮੈਂ ਕਿਹਾ ਤੁਸੀਂ ਗਾਲਾਂ ਕਿਉਂ ਕੱਢਦੇ ਹੋ? ਕਹਿੰਦੇ ਸਾਡੀ ਇਹਨਾਂ ਦੀ ਮਾਤਰ ਭਾਸ਼ਾ ਹੀ ਹੈ ਜੀ, ਉਹਨਾਂ ਦੀ ਗਾਲੀ ਗਲੋਚ ਚਲੀ। ਉਹ 10 ਵਾਰੀ ਤੋਂ ਮੈਂ ਲਗਾਤਾਰ ਜੀ 26 ਅਪ੍ਰੈਲ ਤੱਕ ਸੁਣਦਾ ਹੀ ਰਿਹਾ ਜੀ। ਉਹਨਾਂ ਦੀ ਮਾਤਰ ਭਾਸ਼ਾ ਹੈ, ਉਹਨਾਂ ਦੀ ਗਾਲੀ ਗਲੋਚ ਤਾਂ ਚੱਲਦੀ ਰਹਿੰਦੀ ਹੈ। ਉੱਥੇ ਉਹਨਾਂ ਕੋਲ ਜੇਲ੍ਹ ਵੈਸੇ ਸੁਧਾਰ ਹੁੰਦਾ ਹੈ, ਸੁਧਾਰ ਕਰ, ਔਰ ਸੁਧਾਰ ਘੱਟ ਹੋਣ ਕਰਕੇ ਤੇ ਉੱਥੇ ਕੁਝ ਹੋਰ ਨੀਤੀਆਂ ਚੱਲਦੀਆਂ ਜੀ। ਤੇ ਜਦੋਂ ਪੁਲਿਸ ਦੇ ਰਿਮਾਂਡ ਦੇ ਵਿੱਚ ਰਹੇ ਸੀ, ਪੁਲਿਸ ਨੇ ਕੁੱਟਮਾਰ ਵੀ ਤੁਹਾਡੇ ਨਾਲ ਕੀਤੀ ਕੋਈ? ਨਹੀਂ, ਕੁੱਟਮਾਰ ਤਾਂ ਕੋਈ ਨਹੀਂ ਕੀਤੀ। ਹਾਂ, ਗਾਲੀ ਗਲੋਚ ਚੱਲਦਾ ਰਿਹਾ ਜੀ ਉਹਨਾਂ ਦਾ। ਤੇ ਬਹੁਤ ਜੋ ਉਹਨਾਂ ਨੂੰ ਸ਼ਬਦ ਨਹੀਂ ਵਰਤਣੇ ਚਾਹੀਦੇ ਨਾ, ਸ਼ਬਦ ਕਿਉਂ ਕੁਝ ਸ਼ਬਦ ਗਾਲੀ ਗਲੋਚ ਵਾਲੇ, ਉਹ ਉਹਨਾਂ ਨੂੰ ਨਹੀਂ ਵਰਤਣੇ ਚਾਹੀਦੇ। ਜਿਹੜੇ ਬਾਹਰਲੇ ਦੇਸ਼ਾਂ ਦੀ ਪੁਲਿਸ ਹੈ ਨਾ ਜੀ, ਉਹ ਵਾਕਈ ਸੇਵਾ ਭਾਵਨਾ ਵਾਲੀ ਹੈ। ਇੱਥੋਂ ਦੀ ਸੇਵਾ ਦੂਜੀ ਸੇਵਾ ਹੋ ਜਾਂਦੀ ਇਹਨਾਂ ਦੀ ਜੀ। ਤੇ ਖਾਣ ਨੂੰ ਰੋਟੀ ਵਗੈਰਾ ਦਿੰਦੇ ਸੀਗੇ ਕਿ ਉੱਥੇ ਭੁੱਖਾ ਰੱਖਦੇ ਸੀ ਤੁਹਾਨੂੰ? ਰੋਟੀ ਦੇਣੀ ਤਾਂ ਰੋਟੀ ਤਾਂ ਮਿਲਦੀ ਸੀ, ਪਰ ਰੋਟੀ ਦੇਣ ਦੀ ਜਿਹੜੀ ਨੀਤੀ ਸੀ ਨਾ, ਉਹ ਠੀਕ ਨਹੀਂ ਸੀਗੀ। ਉਹ ਬਸ ਇਦਾਂ ਹੀ ਜੀ, ਵਾਹਿਗੁਰੂ ਦੱਸ ਨਹੀਂ ਸਕਦੇ ਜੀ। ਤੇ ਜਦੋਂ ਫਿਰ ਥਾਣੇ ਚੋਂ ਜੇਲ੍ਹ 'ਚ ਪੁਲਿਸ ਨੇ ਤੁਹਾਨੂੰ ਕੀਤਾ, ਜੇਲ੍ਹ ਦੇ ਵਿੱਚ ਕਿੱਦਾਂ ਦਾ ਵਤੀਰਾ? ਉਵੇਂ ਦਾ ਹੀ ਸੀਗਾ ਕਿ ਜੇਲ੍ਹ 'ਚ ਕੁਝ ਥੋੜਾ ਠੀਕ ਸੀਗਾ? ਦੇਖੋ, ਜੇਲ੍ਹ ਜਿਹੜੀ ਨੀਤੀ ਨਾ, ਉੱਥੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਜਗਤ ਝੂਠ ਤਮਾਕੂ, ਉੱਥੇ ਨਾ ਮੇਰਾ ਜੇਲ੍ਹ ਸਰਕਾਰ ਦੇ ਅੱਗੇ ਸਵਾਲ ਹੈ ਕਿ ਉੱਥੇ ਕਿੰਨੀਆਂ ਅੱਜ ਦੇ ਪੱਖ ਦੇ ਨਵੇਂ ਯੁੱਗ ਦੀਆਂ ਮਸ਼ੀਨਾਂ ਲੱਗੀਆਂ ਨੇ ਕਿ ਅੰਦਰ ਕੋਈ ਹੋਰ ਚੀਜ਼ ਨਾ ਚਲੀ ਜਾਵੇ। 4 ਮਸ਼ੀਨਾਂ ਚੋਂ ਲੰਘਦੇ ਨੇ। ਇਹ ਤਾਂ ਫਿਰ ਜਿਹੜੇ ਜਾਂਦੇ ਨੇ ਉਹਨਾਂ ਦੇ ਕੱਪੜੇ ਉਤਰਵਾ ਕੇ ਚੈੱਕ ਕਰਦੇ ਨੇ ਜੀ। ਪਰ ਅੰਦਰ ਇਹ ਮੇਰਾ ਸਵਾਲ ਕਿ ਤੰਬਾਕੂ ਕਿੱਦਾਂ ਪਹੁੰਚਦਾ? ਜਗਤ ਝੂਠ ਜਿਹੜਾ ਸਭ ਤੋਂ ਗੰਦਾ ਨਸ਼ਾ ਹੈ, ਉਹ ਕਿੱਦਾਂ ਪਹੁੰਚਦਾ? ਅੰਦਰ ਬਿਜ਼ਨਸ ਚੱਲਦੇ ਪਏ ਨੇ। ਇਹ ਮੇਰਾ ਸਰਕਾਰ ਦੇ ਅੱਗੇ ਬੇਨਤੀ ਹੈ, ਇਹ ਉੱਥੋਂ ਖਤਮ ਕੀਤਾ ਜਾਵੇ ਜਾਂ ਦੂਜੀ ਨੀਤੀ ਅਪਣਾਓ। ਉੱਥੇ ਜੇ ਤੁਸੀਂ ਤੰਬਾਕੂ ਵਰਤਣਾ ਨਹੀਂ ਛੱਡ ਸਕਦੇ, ਵਰਤਦੇ ਨੇ ਜਿਹੜੇ ਉਹਨਾਂ ਮੁਨਸ਼ੀ ਬਣਾਏ ਨੇ, ਹੋਰ ਜਿਹੜੇ ਉੱਤੇ ਆਗੂ ਬਣਾਏ ਨੇ, ਲੀਡਰ ਬਣਾਏ ਨੇ ਉਹਨਾਂ 'ਚ ਜੇਲ੍ਹ 'ਚ, ਉਹ ਵੀ ਵਰਤਦੇ ਨੇ, ਅੱਗੇ ਉਹ ਵਰਤਾਏ ਜਾ ਰਹੇ ਨੇ। ਇੱਕ ਮੇਰੀ ਬੇਨਤੀ, ਜਿਹੜੇ ਸਿੱਖ ਭਾਈਚਾਰਾ ਹੈ, ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਨੇ, ਜਿਨ੍ਹਾਂ ਨੂੰ ਇਹ ਹੁਕਮ ਹੈ ਕਿ ਪੰਜਾਬ ਵਿੱਚ ਤੰਬਾਕੂ ਜਗ੍ਹਾ ਜੁੜ ਨੂੰ ਨਹੀਂ ਵਰਤਣਾ, ਇੱਕ ਬਜ਼ੁਰਗ ਕੁਰਿਆ ਤੇ ਉਹਨਾਂ ਨੂੰ ਇਸ ਸਿੱਖਾਂ ਵਾਸਤੇ ਕੋਈ ਵੱਖਰਾ ਫਿਰ ਇਹ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਤਾਂ ਭਾਈ ਉਹ ਸਾਡੇ ਸਾਹਮਣੇ ਕੋਈ ਤੰਬਾਕੂ ਪੀਂਦਾ ਹੋਵੇ, ਤੰਬਾਕੂ ਦੇ ਉੱਤੇ ਗਾਂਜਾ, ਤੰਬਾਕੂ, ਇਹ ਨਸ਼ੇ ਜਿਹੜੇ ਵਰਦੇ ਨੇ, ਧੂਆਂ ਉੱਠਦਾ, ਅੱਗ ਲੱਗ ਕੇ ਜਦੋਂ ਫੂਕਦੇ ਨੇ, ਇਹ ਸਭ ਕੁਝ ਜੇਲ੍ਹ 'ਚ ਚੱਲ ਰਿਹਾ ਸੀ? ਜੇਲ੍ਹ ਚੱਲਦਾ ਜੀ, ਉੱਥੇ ਚੱਲਦਾ ਜੀ ਜੇਲ੍ਹ। ਤੁਹਾਨੂੰ ਫਿਰ ਬਹੁਤ ਦਿੱਕਤ ਆਈ ਹੋਣੀ ਹੈ, ਗੁਰਸਿੱਖ ਹੈਗੇ ਹੋ ਤੁਸੀਂ ਤੇ ਆਪਾਂ ਤਾਂ ਨਾਲ ਖੜੇ ਕਿਸੇ ਨੂੰ ਦੇਖ ਵੀ ਨਹੀਂ ਸਕਦੇ, ਤੇ ਤੁਹਾਨੂੰ ਉੱਥੇ ਰਹਿਣਾ ਪਿਆ। ਅਸੀਂ ਇੱਧਰ ਪਾਠ ਕਰਦੇ ਹਾਂ, ਬਾਣੀ ਦਾ ਜਾਪ ਕਰਦੇ ਹਾਂ, ਤੇ ਸਾਡੇ ਸਾਹਮਣੇ ਕੋਈ ਧੂਆਂ ਛੱਡੇ, ਉਹ ਕਿਉਂਕਿ ਸਾਰਾ ਉੱਥੇ ਗਰੁੱਪ ਹੀ ਨੇ ਜੀ ਜ਼ਿਆਦਾ। ਤੇ ਅਸੀਂ ਤਾਂ 2 ਜਣੇ ਅੰਮ੍ਰਿਤਧਾਰੀ ਉੱਥੇ ਉਸ ਬੈਰਿੰਗ 'ਚ ਸੀਗੇ। ਉਹ ਫਿਰ ਬੜਾ ਮਨ ਦੁੱਖ ਦਿੰਦਾ ਸੀਗਾ। ਸਾਡੇ ਲਈ ਮਰਨ ਦੇ ਬਰਾਬਰ ਹੈ ਇਹ। ਉੱਥੇ ਮੈਂ ਮਰਦਾ ਹੀ ਪਿਆ ਸੀ ਇੱਕ ਤਰੀਕੇ ਨਾਲ, ਵੈਸੇ ਅੰਦਰੋਂ ਚੜ੍ਹਦੀ ਕਲਾ 'ਚ, ਪਰ ਇਹ ਧੂਮਰਪਾਨ ਸਾਡੇ ਨੇੜੇ ਨਾਲ ਇਹ ਮਰਨ ਦੇ ਬਰਾਬਰ ਹੈ। ਪਰ ਸਰਕਾਰ ਨੂੰ ਇਹ ਨੀਤੀ ਅਪਣਾਉਣੀ ਚਾਹੀਦੀ। ਜਿਹੜੇ ਸਿੱਖ ਨੇ, ਅੰਮ੍ਰਿਤਧਾਰੀ ਨੇ, ਜਿਹੜੇ ਗੁਰੂ ਕੇ ਖਾਲਸੇ ਨੇ, ਉਹਨਾਂ ਲਈ ਇੱਕ ਵੱਖਰਾ ਇੱਕ ਬੈਰਿੰਗ ਬਣਾ ਦਿਓ। ਜਾਂ ਤਾਂ ਜਿਹੜੇ ਅੰਮ੍ਰਿਤਧਾਰੀ ਨੇ, ਜਿੱਦਾਂ ਕਿੰਨੇ ਕੁਰਬਾਨੀਆਂ ਲਈ ਸਿੱਖ ਉੱਤੇ ਬੈਠੇ, ਉਹਨਾਂ ਵਾਸਤੇ ਵੱਖਰਾ ਬੈਰਿੰਗ ਰੱਖੋ, ਉਹਨਾਂ ਨੂੰ ਵੱਖਰੇ ਥੋੜਾ ਕੀਤਾ ਹੋਵੇ ਨਾ, ਤਾਂ ਕਿ ਉਹਨਾਂ ਇਹ ਨਸ਼ੇ ਤੋਂ ਬਚ ਸਕਣ, ਨਸ਼ੇ ਦੇ ਧੂਆਂ ਨਾਲ ਜਾਵੇ। ਕੋਈ ਕਿਸੇ ਨੂੰ ਜ਼ਬਰਦਸਤੀ, ਇਹ ਧੱਕਾ ਹੀ ਹੈ, ਇਹ ਜ਼ਬਰ ਹੀ ਹੈ, ਇਹ ਜ਼ੁਲਮ ਸਾਡੇ ਤੇ ਉੱਥੇ ਹੁੰਦਾ ਰਿਹਾ ਜੀ। ਲਾਲ ਕਿਲ੍ਹਾ ਹਿੰਸਾ ਮਾਮਲਾ ਤੇ ਤੁਹਾਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ। ਲਾਲ ਕਿਲ੍ਹੇ ਤੇ ਤੁਸੀਂ ਪਹੁੰਚੇ ਕਿਸ ਤਰ੍ਹਾਂ ਸੀਗੇ? ਮੈਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਗਿਆ ਸੀ ਜੀ। ਉੱਥੋਂ ਸਾਰਾ ਮੇਰਾ ਫੇਸਬੁੱਕ ਤੇ ਲਾਈਵ ਸੀਗਾ, ਉੱਥੇ ਮੈਂ ਲਾਈਵ ਕਰਤਾ ਸੀਗਾ। ਉੱਥੋਂ ਰਸਤਾ ਮਿਲਦਾ ਗਿਆ ਤੇ ਗੁਰਸਾਹਿਬ ਉੱਥੇ ਸਾਨੂੰ ਲੈ ਗਏ। ਤੇ ਸਾਡੀ ਉੱਥੇ ਜਾਣ ਦੀ ਨੀਤੀ ਕੀ ਹੈ, ਗੁਰਸਾਹਿਬ ਨੇ ਸਾਨੂੰ ਕਿਉਂ ਉੱਥੇ ਲੈ ਗਏ ਨੇ? ਕਿਉਂਕਿ ਗੁਰੂ ਦੀ ਨੀਤੀ ਹੈ, ਸਤਿਗੁਰ ਨੀਤੀ, ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮੈਂ ਨਾ ਗਿਆਨੀ ਤਾਹੇ ਬਖਾਨ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਇਹ ਯੁੱਧ ਸੀਗਾ, ਇਹ ਨੀਤੀ ਧਰਮ ਦੀ ਨੀਤੀ ਹੈ। ਇੱਥੇ ਸਾਡਾ ਦੇਸ਼ ਨਾਲ ਬਹੁਤ ਪਿਆਰ ਹੈ, ਸਾਡਾ ਤਿਰੰਗੇ ਨਾਲ ਪਿਆਰ ਹੈ, ਕਿਉਂਕਿ ਇਸੇ ਤਿਰੰਗੇ ਵਾਸਤੇ ਹੀ ਹਿੰਦੁਸਤਾਨ ਦੀ ਆਜ਼ਾਦੀ 'ਚ ਕਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ। ਤੇ ਅੱਜ ਜਿਹੜੇ ਦੇਸ਼ ਦੀ ਰੱਖਿਆ ਵਾਸਤੇ ਨੌਜਵਾਨ ਪੰਜਾਬੀ ਬੈਠੇ ਨੇ, ਉੱਥੇ ਬਾਰਡਰਾਂ 'ਤੇ ਬੈਠੇ ਨੇ, ਉਹ ਤਿਰੰਗੇ ਲਈ
ਆਪਣੀ ਜਾਨ ਦੇਣ ਲਈ ਤਿਆਰ ਨੇ ਤੇ ਜਾਨ ਲੈਣ ਲਈ ਤਿਆਰ ਬੈਠੇ ਨੇ। ਉਹ ਇੱਕ ਯੁੱਧ ਦੀ ਨੀਤੀ ਅਪਣਾਉਂਦੇ ਨੇ, ਭਾਵ ਦੇਸ਼ ਨੂੰ ਸਮਰਪਿਤ ਆ ਸੀ। ਸਾਡੇ ਗੁਰੂ ਸਾਹਿਬ ਦੇਸ਼ ਨੂੰ ਵੀ ਸਮਰਪਿਤ ਨੇ ਤੇ ਪੂਰੇ ਸੰਸਾਰ ਨੂੰ ਸਮਰਪਿਤ। ਇਹੀ ਨੀਤੀ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਸਾਡਾ ਕਿਸੇ ਮਨੁੱਖ ਨਾਲ ਵੀ ਵੈਰ ਨਹੀਂਗਾ, ਕਿਸੇ ਜੀਵ ਜੰਤੂ ਨਾਲ ਵੈਰ ਨਹੀਂਗਾ, ਕਿਸੇ ਦੇਸ਼ ਨਾਲ ਵੈਰ ਨਹੀਂ। ਸਾਡਾ ਪਾਕਿਸਤਾਨ ਵੀ ਆਪਣੀ ਹੈ, ਅਫਗਾਨਿਸਤਾਨ ਵੀ ਆਪਣੀ ਹੈ, ਕੈਨੇਡਾ ਅਮਰੀਕਾ ਸਾਰੇ ਸਾਡੇ ਆਪਣੇ ਨੇ ਜੀ। ਕਿਉਂਕਿ ਸਾਡਾ ਫਿਰ ਸਿਧਾਂਤ ਉਹੀ ਮੈਂ ਕਹਾਂਗਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਕਿਉਂਕਿ ਗੁਰੂ ਸਾਹਿਬ ਸਾਨੂੰ ਨੀਤੀ ਤੀ ਏਕ ਪਿਤਾ ਏਕ ਕੇ ਮੁਬਾਰਕ। ਹਿੰਦੂਆਂ ਦਾ ਪਿਤਾ ਵੀ ਉਹੀ ਹੈ, ਮੁਸਲਮਾਨਾਂ ਦਾ ਪਿਤਾ ਪਿਓ ਉਹੀ ਹੈ ਤੇ ਸਾਡਾ ਹੀ ਪਿਓ ਹੀ ਹੈ। ਵਾਹਿਗੁਰੂ ਪਰਮੇਸ਼ਰ ਨੂੰ ਗੋਡ ਕਹਿ ਲਓ, ਵਾਹਿਗੁਰੂ ਕਹਿ ਲਓ, ਰੱਬ ਕਹਿ ਲਓ, ਪਰਮੇਸ਼ਰ ਨਾਮ ਹੁੰਦੇ ਅਨੇਕਾਂ ਨੇ ਜੀ। ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਕਹਿ ਨਾ ਜਾਹੀ ਗੁਣ ਕੀਤੇ। ਕਰੀਮਾ ਤੂੰ ਹੀ, ਰਹੀਮਾ ਤੂੰ ਹੀ, ਸਾਰੇ ਉਹੀ ਨੇ। ਵਾਹਿਗੁਰੂ। ਤੁਸੀਂ ਜਿਸ ਤਰ੍ਹਾਂ ਹੁਣ ਕਾਫੀ ਭਾਵੁਕ ਹੋਏ ਹੋ, ਜਿਸ ਤਰ੍ਹਾਂ ਜਦੋਂ ਤੁਹਾਡੇ ਪਤੀ ਉੱਥੇ ਸੀਗੇ ਜੇਲ੍ਹ ਦੇ ਵਿੱਚ, ਬਹੁਤ ਔਖਾ ਹੁੰਦਾ ਹੋਣਾ, ਤਾਂ ਡਰ ਵੀ ਲੱਗਦਾ ਹੋਣਾ ਵੀ ਪਤਾ ਨਹੀਂ ਕਦੋਂ ਆਉਣਗੇ। ਕਿੱਦਾਂ ਲੰਘੇ ਸੀਗੇ ਉਦੋਂ ਦਿਨ ਫਿਰ? ਉਸ ਟਾਈਮ ਸਾਡਾ ਟਾਈਮ ਤਾਂ ਬਹੁਤ ਹੀ ਔਖਾ ਲੰਘਿਆ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਕਤੀ ਦਿੱਤੀ ਤੇ ਇਹ ਟਾਈਮ ਅਸੀਂ ਬਾਣੀ ਦਾ ਓਟ ਆਸਰਾ ਲੈ ਕੇ ਅਸੀਂ ਟਾਈਮ ਇਹ ਲੰਘਾਇਆ। ਇੱਕ ਇੱਕ ਖਿਨ ਸਾਨੂੰ ਪਤਾ ਹੈ ਜੋ ਟਾਈਮ ਅਸੀਂ ਲੰਘਾਇਆ ਹੈ, ਕਿਸ ਤਰ੍ਹਾਂ ਸਾਡਾ ਇਹ ਟਾਈਮ ਬੀਤਿਆ। ਪਰ ਗੁਰੂ ਸਾਹਿਬ ਨੇ ਸਾਨੂੰ ਹਿੰਮਤ ਦਿੱਤੀ। ਸਾਡਾ ਇੱਕ ਭਰੋਸਾ ਸੀ ਕਿ ਗੁਰੂ ਸਾਹਿਬ ਜੀ ਹਮੇਸ਼ਾ ਨਿਆਂ ਕਰਦੇ ਨੇ, ਉਹਦੇ ਘਰ ਦੇਰ ਹੈ ਤੇ ਹਮੇਸ਼ਾ ਸੱਚੇ ਪਾਤਸ਼ਾਹ ਜੀ ਨੇ ਇਹੀ ਭਰੋਸਾ ਲੈ ਕੇ ਅਸੀਂ ਬੈਠੇ ਰਹੇ ਕਿ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਨੀ ਹੈ। ਜਿਸ ਚੜ੍ਹਦੀ ਕਲਾ 'ਚ ਇਹ ਗਏ ਨੇ, ਚੜ੍ਹਦੀ ਕਲਾ ਵਿੱਚ ਹੀ ਇਹਨਾਂ ਨੇ ਆਉਣਾ ਹੈ। ਬਾਕੀ ਜੋ ਕੌਮ ਦੇ ਲਈ ਇਹਨਾਂ ਲਈ ਭਾਵਨਾ ਹੈਗੀ ਹੈ, ਇਹਨਾਂ ਦੇ ਮਨ ਦੇ ਵਿੱਚ, ਸਿੱਖ ਕੌਮ ਲਈ, ਤੇ ਸਾਡਾ ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ ਸਾਡੇ ਵਾਸਤੇ। ਇੱਕ ਆਪਣੇ ਹੱਕ ਦੀ ਜੋ ਲੜਾਈ ਹੈ, ਉਸ ਪਿੱਛੇ ਜੋ ਵੀ ਇਹਨਾਂ ਨੇ ਕਿਹਾ ਤੇ ਕਿਸਾਨਾਂ ਦੇ ਹੱਕ ਵਿੱਚ ਜੋ ਕੁਝ ਵੀ ਹੈ ਬੋਲੇ ਤੇ ਆਪਣੀ ਕੌਮ ਦੀ ਖਾਤਰ ਬੋਲੇ। ਤੇ ਸਾਡਾ ਤਾਂ ਕੋਈ ਵੀ ਕਿਸੇ ਨਾਲ ਵੈਰ ਨਹੀਂ। ਸਾਡੇ ਗੁਰੂ ਸਾਹਿਬ ਜੀ ਕਹਿੰਦੇ ਨੇ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਹਿੰਦੂ ਮੁਸਲਮਾਨ ਸਿੱਖ ਸਭ ਅਸੀਂ ਭਾਈ ਭਾਈਆਂ, ਕਿਸੇ ਸਰਕਾਰ ਨਾਲ ਕਿਸੇ ਕੌਮ ਨਾਲ ਸਾਡਾ ਕੋਈ ਵੈਰ ਨਹੀਂ। ਅਕਸਰ ਜਦੋਂ ਇਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈ ਤਾਂ ਬੰਦੇ ਦਾ ਰੱਬ ਤੋਂ ਵਿਸ਼ਵਾਸ ਉੱਠ ਜਾਂਦਾ ਵੀ ਮੈਂ ਜਦ ਕੁਝ ਗਲਤ ਨਹੀਂ ਕੀਤਾ ਤਾਂ ਰੱਬ ਨੇ ਮੈਨੂੰ ਹੀ ਕਿਉਂ ਚੁਣਿਆ, ਮੇਰੇ ਨਾਲ ਇਦਾਂ ਕਿਉਂ ਕੀਤਾ। ਕਦੀ ਉੱਦਾਂ ਦਾ ਖਿਆਲ ਤਾਂ ਨਹੀਂ ਆਇਆ ਵੀ ਰੱਬ ਤੋਂ ਵਿਸ਼ਵਾਸ ਉੱਠ ਗਿਆ ਹੋਵੇ, ਕਿਹਾ ਹੋਵੇ ਮੈਂ ਤੇਰੀ ਭਗਤੀ ਬੰਦ ਕਰਤੀ ਵੀ ਤੂੰ ਮੇਰੇ ਨਾਲ ਇਦਾਂ ਕੀਤਾ? ਨਹੀਂ, ਇਸ ਤਰ੍ਹਾਂ ਦਾ ਕਦੇ ਵੀ ਮਨ ਵਿੱਚ ਨਹੀਂ ਆਇਆ। ਹਮੇਸ਼ਾ ਗੁਰੂ ਸਾਹਿਬ ਤੇ ਭਰੋਸਾ ਹੀ ਸਾਡਾ ਬਣਿਆ ਰਿਹਾ ਕਿ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸੇਵਾ ਇਹਨਾਂ ਦੀ ਲਾਈ ਹੈ, ਇਹ ਕੋਈ ਪ੍ਰੀਖਿਆ ਦਾ ਟਾਈਮ ਹੈ, ਇਹ ਹੈ ਤਾਂ ਸਭ ਹੁਕਮ ਹੀ ਸੀ, ਸਭ ਹੁਕਮ ਦੀ ਖੇਡ ਹੈ। ਗੁਰੂ ਸਾਹਿਬ ਦੇ ਹੁਕਮ ਵਿੱਚ ਹੋਇਆ ਜੋ ਕੁਝ ਹੋਇਆ। ਪਰ ਇਹ ਹੈ ਵੀ ਸਾਨੂੰ ਭਰੋਸਾ ਸੀ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਮਿਹਰ ਕਰਨੀ ਹੈ ਤੇ ਇਹਨਾਂ ਨੂੰ ਸੁਖੀ ਸਾਂਦੀ ਗੁਰੂ ਸਾਹਿਬ ਜੀ ਘਰ ਲੈ ਕੇ ਆਏ ਨੇ। ਤੇ ਬਹੁਤ ਹੀ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਸਾਹਿਬ ਦਾ ਅਸੀਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਤੇ ਗੁਰੂ ਸਾਹਿਬ ਦਾ ਦੇਣ ਅਸੀਂ ਨਹੀਂ ਦੇ ਸਕਦੇ ਜਿਨ੍ਹਾਂ ਨੇ ਹਰ ਥਾਂ ਤੇ ਰਕਸ਼ਾ ਕੀਤੀ ਹੈ। ਸਾਡਾ ਇਹ ਭਰੋਸਾ ਸੀ ਕਿ ਸੱਚੇ ਪਾਤਸ਼ਾਹ ਨੇ ਹੱਥ ਦੇ ਕੇ ਉੱਥੇ ਇਹਨਾਂ ਨੂੰ ਰੱਖਣਾ ਹੈ, ਹੱਥ ਦੇ ਕੇ ਉਹਨਾਂ ਨੇ ਰੱਖਿਆ ਹੈ, ਅੰਗ ਸੰਗ ਹੋ ਕੇ ਉਹ ਸਹਾਈ ਹੋਏ ਨੇ ਤੇ ਅੱਜ ਇਹ ਸਾਡੇ ਸਾਹਮਣੇ ਬੈਠੇ ਨੇ ਘਰ ਵਿੱਚ, ਪਰਿਵਾਰ ਦੇ ਵਿੱਚ। ਸ਼ੁਕਰਾਨਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਸਭ ਤੋਂ ਵੱਧ ਗੁਰੂ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਪ੍ਰਧਾਨ ਸਾਹਿਬ, ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ, ਪ੍ਰਧਾਨ ਜੀ ਨੇ ਜੋ ਵੀ ਸਿੱਖ ਰਿਹਾ ਹੋਏ ਨੇ, ਇਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਤੇ ਬੜੀ ਮਿਹਰ ਕੀਤੀ ਹੈ। ਗੁਰੂ ਸਾਹਿਬ ਨੇ ਰਾਹ ਬਣਾ ਦਿੱਤਾ ਸਿੱਖਾਂ ਨੂੰ। ਜੋ ਸਿੱਖ ਅੰਦਰ ਸੀ, ਗੁਰੂ ਸਾਹਿਬ ਨੇ ਸੇਵਾ ਉਹਨਾਂ ਤੋਂ ਲਈ। ਜਿਹੜੇ ਐਡਵੋਕੇਟਸ ਨੇ, ਹੈੱਡ ਗ੍ਰੰਥੀ ਸਾਹਿਬ, ਜਿਹੜੇ ਆਪਣਾ ਉੱਥੇ ਰਣਜੀਤ ਸਿੰਘ ਜੀ ਨੇ, ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ। ਬਾਕੀ ਪਿੰਦਰਪਾਲ ਵੀਰ ਜੀ, ਸਾਡੇ ਨਿਮਾਣਾ ਵੀਰ ਜੀ, ਜਿਨ੍ਹਾਂ ਦੀ ਸੇਵਾਵਾਂ ਨੇ ਗੁਰੂ ਸਾਹਿਬ ਨੇ ਹੱਥ ਦੇ ਕੇ ਇਹਨਾਂ ਤੋਂ ਇਹ ਵੱਡੀ ਸੇਵਾ ਲਈ ਹੈ। ਅਸੀਂ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਜਿੰਨੇ ਵੀ ਐਡਵੋਕੇਟਸ ਨੇ ਸਾਡੇ, ਜਿਹੜੇ ਹੈਗੇ ਇੰਦਰਾਜੀਤ ਵੀਰ ਜੀ ਜਿਨ੍ਹਾਂ ਨੇ ਇਹਨਾਂ ਲਈ ਕੇਸ ਲੜਿਆ, ਚਰਨਜੀਤ ਸਿੰਘ ਜੀ, ਸੰਧੂ ਸਾਹਿਬ, ਰਵਿੰਦਰ ਮੈਮ, ਕਾਲੋ ਸਰ, ਜਿੰਨੇ ਵੀ ਉੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ, ਅੱਜ ਉਹਨਾਂ ਦੀ ਬਦੌਲਤ ਉਹਨਾਂ ਦੇ ਸਿਰ ਤੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਵਿੱਚ ਉਹਨਾਂ ਨੂੰ ਰੱਖਣ। ਸਾਡਾ ਰੋਮ ਰੋਮ ਧੰਨਵਾਦੀ ਹੈ। ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ।
ਅੱਜ ਇਹ ਸਾਡੇ ਨਾਲ ਨੇ। ਇਸ ਤੋਂ ਵੱਧ ਅਸੀਂ ਹੋਰ ਸਾਡੇ ਕੋਲ ਬਚਨ ਹੀ ਨਹੀਂ, ਜੋ ਸ਼ੁਕਰਾਨਾ ਅਸੀਂ ਗੁਰੂ ਸਾਹਿਬ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਦਾ। ਸਾਨੂੰ ਪਤਾ ਜਿਸ ਤਰ੍ਹਾਂ ਅਸੀਂ ਇਹ ਟਾਈਮ ਲੰਘਾਇਆ, ਜਿਸ ਤਰ੍ਹਾਂ ਬੱਚਿਆਂ ਨੇ ਮਾਪਿਆਂ ਨੂੰ ਉਡੀਕ ਸੀ, ਮਾਤਾ ਜੀ ਪਿਤਾ ਜੀ ਨੂੰ ਉਡੀਕ ਸੀ ਸਾਡਾ ਪੁੱਤਰ ਘਰ ਆਵੇ, ਬੱਚਿਆਂ ਨੂੰ ਉਡੀਕ ਸੀ ਸਾਡੇ ਪਿਤਾ ਜੀ ਘਰ ਆਣ, ਤੇ ਸੱਚੇ ਪਾਤਸ਼ਾਹ ਨੇ ਸਾਡੀ ਅਰਦਾਸ ਸੁਣੀ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹਨਾਂ ਤੇ। ਗੁਰੂ ਸਾਹਿਬ ਜੀ ਨੇ ਹਾਜ਼ਰ ਨਾਜ਼ਰ ਨੇ ਔਰ ਵਿਸ਼ਵਾਸ ਸਾਡਾ ਨਹੀਂ ਡੋਲਿਆ। ਜੋ ਵਿਸ਼ਵਾਸ ਸੀ ਉਹ ਸਤਿਗੁਰੂ ਜੀ ਨੇ ਸਾਡੀ ਲਾਜ ਰੱਖੀ। ਗੁਰੂ ਸਾਹਿਬ ਜੀ ਨੇ ਸਿਰਸਾ ਜੀ ਨੂੰ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅੱਗੇ ਕੀਤਾ। ਤੇ ਜੋ ਸੇਵਾਵਾਂ ਸਾਡੀ ਜਿੰਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ, ਜਿਹੜੇ ਵੀ ਇਹਨਾਂ ਸੇਵਾਵਾਂ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਰਿਹਾਈਆਂ ਬਖਸ਼ੀਆਂ, ਇਹ ਉਹਨਾਂ ਦੀ ਸੇਵਾ ਹੈ। ਅਸੀਂ ਰੋਮ ਰੋਮ ਧੰਨਵਾਦੀ ਹੈਗੇ ਹਾਂ, ਰੋਮ ਰੋਮ ਧੰਨਵਾਦੀ ਹਾਂ ਗੁਰੂ ਸਾਹਿਬ ਦੇ। ਗੁਰੂ ਸਾਹਿਬ ਜੀ ਇਹਨਾਂ ਸਭ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਾਡੇ ਗਿਆਨੀ ਜੀ, ਗਿਆਨੀ ਇਕਬਾਲ ਸਿੰਘ ਜੀ, ਗੁਰੂ ਮਹਾਰਾਜ ਜੀ ਪੰਥ ਕੌਮ ਦੀ ਸੇਵਾ ਇਹਨਾਂ ਨੂੰ ਬਖਸ਼ਣ ਤੇ ਹਮੇਸ਼ਾ ਇਹ ਕੌਮ ਦੀ ਸੇਵਾ ਕਰਦੇ ਰਹਿਣ। ਸੱਚੇ ਪਾਤਸ਼ਾਹ ਨੂੰ ਸਾਡੀ ਇਹੀ ਅਰਦਾਸ ਹੈ। ਰੋਮ ਰੋਮ ਧੰਨਵਾਦੀ ਹੈਗੇ ਹਾਂ। ਬੇਟਾ, ਜਦੋਂ ਤੁਹਾਡੇ ਪਾਪਾ ਉੱਥੇ ਸੀਗੇ ਤੁਹਾਨੂੰ ਯਾਦ ਆਉਂਦੀ ਸੀਗੀ, ਗੱਲ ਕਦੀ ਹੋਈ ਸੀਗੀ ਉੱਥੇ? ਇੱਕ ਦੋ ਵਾਰੀ ਗੱਲ ਹੋਈ ਸੀ, ਬਾਕੀ ਯਾਦ ਤਾਂ, ਪਰ ਸਾਨੂੰ ਪਤਾ ਸੀ ਕਿ ਪਾਪਾ ਚੜ੍ਹਦੀ ਕਲਾ 'ਚ ਹੀ ਹੋਣਗੇ, ਪਰ ਯਾਦ ਤਾਂ ਤੁਸੀਂ ਪਾਪਾ। ਹਜੇ ਬਹੁਤ ਛੋਟੇ ਹੋ, ਪਰ ਤੁਹਾਨੂੰ ਥੋੜਾ ਬਹੁਤਾ ਵੀ ਅੰਦਾਜ਼ਾ ਹੈ ਕਿ ਜੇ ਪਾਪਾ ਤੁਹਾਡੇ ਜੇਲ੍ਹ ਗਏ ਨੇ ਤਾਂ ਕੌਮ ਦੇ ਵਿੱਚ ਕਿੰਨਾ ਕੁ ਉਹਨਾਂ ਲਈ ਮਾਣ ਬਖਸ਼ਿਆ ਕੌਮ ਨੇ, ਕਿ ਤੁਹਾਨੂੰ ਥੋੜਾ ਜਿਹਾ ਵੀ ਅੰਦਾਜ਼ਾ ਹੈ ਕਿ ਕੌਮ ਦੇ ਲਈ ਉਹ ਕੀ ਬਣ ਚੁੱਕੇ ਨੇ? ਹਾਂਜੀ, ਕਾਫੀ ਮਤਲਬ ਕੌਮ ਲਈ ਨਾਮ ਆਏਗਾ ਪਾਪਾ ਦਾ। ਚੜ੍ਹਦੀ ਕਲਾ, ਬਸ ਚੜ੍ਹਦੀ ਕਲਾ 'ਚ ਹੀ ਰਹੇ ਨੇ। ਕਿਉਂਕਿ ਅਕਸਰ ਲੋਕ ਕਹਿ ਦੇਣਗੇ ਵੀ ਤੁਹਾਡੇ ਪਾਪਾ ਜੇਲ੍ਹ ਗਏ ਹੋਏ ਨੇ, ਪਰ ਕਿਉਂ ਗਏ ਹੋਏ ਨੇ ਉਹ ਬਹੁਤ ਮਾਣ ਵਾਲੀ ਗੱਲ ਹੈ। ਕਦੀ ਉਸ ਤੇ ਉਹ ਤਾਂ ਨਹੀਂ ਹੋਏਗੀ? ਹਾਂਜੀ ਹਾਂਜੀ, ਸਾਨੂੰ ਵੀ ਮਾਣ ਹੀ ਸੀ ਆਪਣੇ ਪਾਪਾ ਤੇ। ਬਾਕੀ ਪਤਾ ਸੀ ਕਿ ਗੁਰੂ ਸਾਹਿਬ ਨੇ ਬਾਹਰ ਵੀ ਕੱਢਣਾ ਹੀ ਹੈ, ਤਾਂ ਵਿਸ਼ਵਾਸ ਸੀ। ਇਹਨਾਂ ਦੇ ਮਾਤਾ ਪਿਤਾ ਵੀ ਹੈਗੇ ਨੇ। ਮਾਤਾ ਜੀ, ਪੁੱਤ ਨੂੰ ਹੁਣ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ? ਅੱਖੀਆਂ ਉਡੀਕ ਰਹੀਆਂ ਹੋਣੀਆਂ ਨੇ ਤੁਹਾਨੂੰ ਵੀ ਦੇਖਣ ਦੇ ਲਈ ਵੀ ਇੱਕ ਵਾਰੀ ਪੁੱਤ ਦਾ ਦਰਸ਼ਨ। ਇਹ ਵੀ ਸਾਡੇ ਬੱਚੇ ਨੇ, ਇਹ ਵੀ ਬੱਚੇ ਨੇ ਜਿਨ੍ਹਾਂ ਨੇ ਲੈ ਕੇ ਆਏ ਨੇ। ਇਹਨਾਂ ਦਾ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ। ਕਿੰਨੀ ਆਸ ਹੁੰਦੀ ਬੱਚੇ ਨੂੰ। ਇਹ ਫਿਰ ਬਰਕਤ ਆਉਣੇ ਸੀ, ਆ ਗਿਆ ਨਹੀਂ, ਕੋਈ ਗੱਲ ਨਹੀਂ। ਕਿਸ ਤਰ੍ਹਾਂ ਮਤਲਬ ਮਾਂ ਆਪਣੇ ਪੁੱਤ ਨੂੰ ਆਪਣੀ ਅੱਖਾਂ ਤੋਂ ਦੂਰ ਨਹੀਂ ਹੋਣ ਦਿੰਦੀ, ਤੇ ਤੁਹਾਡਾ ਪੁੱਤ ਇੰਨਾ ਕੁਝ ਸਹਿ ਕੇ ਆਇਆ? ਇਹ ਉਹਦੀ ਕਿਰਪਾ ਹੋਈ ਹੈ ਕਿ ਇਹ ਸਹਿ। ਉਹਦੀ ਕਿਰਪਾ ਤੋਂ ਬਿਨਾਂ ਤਾਂ ਕੁਛ ਨਹੀਂ ਕਰ ਸਕਦਾ, ਪਤਾ ਵੀ ਨਹੀਂ ਹੋ ਸਕਦਾ। ਬਾਪੂ ਜੀ, ਮਾਣ ਹੈਗਾ ਆਪਣੇ ਪੁੱਤ ਤੇ? ਬਹੁਤ ਮਾਣ ਹੈ ਜੀ, ਮਾਣ ਬਹੁਤ ਹੈਗਾ। ਜਦੋਂ ਇਹ ਛੋਟੇ ਹੁੰਦੇ ਹੋਣਗੇ ਬਚਪਨ ਦੇ ਵਿੱਚ ਕਦੀ ਲੱਗਦਾ ਸੀਗਾ ਕਿ ਕਦੀ ਇਸ ਪ੍ਰਾਪਤੀ ਵੀ ਕੋਈ ਇਦਾਂ ਦੀ ਹਾਸਲ ਹੋਊ? ਨਹੀਂ, ਕੋਈ ਪ੍ਰਾਪਤ। ਬਾਬੇ ਦੀ ਮਿਹਰ ਹੈ। ਇਹ ਵੀ ਸਾਡੇ ਗੋਦੀ ਹੱਥਾਂ ਨਹੀਂ 'ਚ ਸੀ ਨਿਕਲਦਾ, 5 ਸਾਲਾਂ ਦਾ ਹੋ ਗਿਆ, ਤਦ ਵੀ ਨਹੀਂ ਸੀ। ਸਾਡੇ ਕੋਲ ਹੀ ਮੇਰੇ ਰਹਿੰਦੇ ਸੀ। ਭੈਣ ਰਹਿੰਦੀ ਸੀ 14 ਫਰੀਦਕੋਟ। ਕੁ ਉਹਨੇ ਚਿੱਠੀਆਂ ਪਾਣੀਆਂ ਮੈਨੂੰ, ਕਹਿੰਦੀ ਇਹ ਬੇਟਾ ਇੱਕ ਖੇਡਦਾ ਹੈ ਹੁਣ ਹੈ। ਮੈਂ ਕਿਹਾ ਹੁਣ ਵੀ ਅਰੇ ਇਹਨੂੰ ਚੁੱਕ ਕੇ ਕਈ ਵਾਰ ਮੈਂ ਕੰਮ ਕਰ ਲੈਣਾ। ਇਹਦਾ ਨਾਂ ਵੀ ਇਕਬਾਲ ਤੇ ਹੋਇਆ ਵੀ ਅੰਮ੍ਰਿਤ ਵੇਲੇ, ਤੇ ਇੰਨੀਆਂ ਖੁਸ਼ੀਆਂ ਆਈਆਂ ਨਾ ਇਹਨੇ ਹੋਣ ਤੇ। ਇਹਨੇ ਹੋਣ ਤੇ ਇਹਦੀ ਭੂਆ ਕਹਿੰਦੀ ਅਸੀਂ ਤਾਂ ਚੂੜੀਆਂ ਵੰਡਣੀਆਂ। ਮੈਂ ਕਿਹਾ ਵੀ ਜਿਹਨੂੰ ਮਰਜ਼ੀ ਚੂੜੀਆਂ ਖਾਓ, ਜੋ ਮਰਜ਼ੀ ਖਾਓ। ਅੱਜ ਰੱਬ ਨੇ ਖੁਸ਼ੀਆਂ ਦਿੱਤੀਆਂ ਨੇ, ਤੇ ਰੱਬ ਨੇ ਦੋ ਕੁੜੀਆਂ 2 ਮੁੰਡੇ ਦਿੱਤੇ ਨੇ, ਤੇ ਬਹੁਤ ਕੁਛ ਦਿੱਤਾ ਹੈ। ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਆਈ। ਇਹ ਚਲਾ ਗਿਆ ਨਾ, ਕਿਸੇ ਚੀਜ਼ ਦੀ ਕਮੀ ਨਹੀਂ ਆਈ। ਇਹਦੀ ਕਮੀ ਪਿੱਛੇ ਮਨ ਭਰ ਜਾਂਦਾ ਸੀ। ਸ਼ੁਕਰ ਕੀਤਾ ਆਇਆ, ਤੇ ਇਹ ਪਰਿਵਾਰ ਸਾਰਾ ਇਕੱਠਾ ਹੋਇਆ ਹੈ, ਤੇ ਪਿਆਰ ਹੈ। ਵਾਹਿਗੁਰੂ ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਮੈਂ ਇੱਕ ਪਹਿਲਾਂ ਬੇਨਤੀ ਕਰਾਂ, ਜਿੱਥੇ ਮੈਂ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਦਾ ਵਾਂ, ਉੱਥੇ ਨਾਲ ਹੀ ਗੁਰਦੁਆਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਉਹਨਾਂ ਦੀ ਸਮੁੱਚੀ ਟੀਮ ਦਾ, ਤੇ ਜਿਹੜੀ ਐਡਵੋਕੇਟ ਟੀਮ ਹੈ, ਜਿਹੜੀ ਉਹਨਾਂ ਦੀ ਵਕੀਲਾਂ ਦੀ ਟੀਮ ਹੈ, ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਤੇ ਅਤੀ ਸਤਿਕਾਰਯੋਗ ਵੱਡੇ ਵੀਰ ਗਿਆਨੀ ਪਿੰਦਰਪਾਲ ਸਿੰਘ ਜੀ, ਵੱਡੇ ਭਰਾ ਮੇਰੇ ਸਰਦਾਰ ਤਰਨਜੀਤ ਸਿੰਘ ਨਿਮਾਣਾ ਜਥੇਦਾਰ ਜੀ, ਭਾਈ ਕਨ੍ਹਈਆ ਜੀ ਮਿਸ਼ਨ ਵਾਲੇ, ਇਹਨਾਂ ਦੇ ਬਹੁਤ ਬਹੁਤ ਧੰਨਵਾਦ। ਸਾਰੇ ਸੰਗਤ ਦਾ, ਬਾਕੀ ਸਮੂਹ ਸੰਗਤ ਦਾ, ਮੇਰੇ ਹਿੰਦੂ ਭਰਾਵਾਂ ਦਾ ਜਿਹੜੇ ਮੰਦਿਰ ਜਾ ਕੇ ਪ੍ਰਾਰਥਨਾ ਕਰਦੇ ਰਹੇ ਨੇ, ਮੇਰੇ ਸਿੱਖ ਭਰਾ ਜਿਹੜੇ ਗੁਰਦੁਆਰੇ ਜਾ ਕੇ ਅਰਦਾਸਾਂ ਕਰਦੇ ਰਹੇ ਨੇ, ਤੇ ਮੇਰੇ ਮੁਸਲਮਾਨ ਭਰਾ
ਜਿਹੜੇ ਮਸੀਤ 'ਤੇ ਜਾ ਕੇ ਦੁਆਵਾਂ ਹਰ ਥਾਂ ਤੇ ਦੁਆਵਾਂ ਕੀਤੀਆਂ, ਤੇ ਈਸਾਈ ਭਰਾ ਮੈਨੂੰ ਉੱਥੇ ਮਿਲਦੇ ਰਹੇ ਜੇਲ੍ਹ 'ਚ, ਉਹ ਵੀ ਕਹਿੰਦੇ ਸੀ ਪ੍ਰੇਅਰ ਕਰਦੇ ਆ ਤੁਹਾਡੀ ਜਲਦੀ ਜਲਦੀ ਰਿਹਾਈ ਹੋਵੇ ਜੀ। ਸਾਰੇ, ਕਿਉਂਕਿ ਆਪਾਂ ਸਾਰੇ ਭਰਾ ਹੀ ਹੈਗੇ ਜੀ। ਸਾਡੇ ਮਾਤਾ ਪਿਤਾ ਇੱਕੋ ਹੀ ਨੇ। ਉਹ ਮਾਤਾ ਪਿਤਾ ਵਾਹਿਗੁਰੂ ਪਰਮੇਸ਼ਰ, ਉਹਨੂੰ ਗੋਡ ਕਹ ਲੋ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁੱਕਨੇ ਰੇ। ਉਹਦੀ ਕਿਰਪਾ ਵੱਧ ਤੋਂ ਵੱਧ ਇਹ ਹੋਵੇ ਕਿ ਜਿਹੜੀ ਇਹ ਸਰਕਾਰ ਦੀ ਨੀਤੀ ਹੈ ਨਾ, ਸਾਡਾ ਸਰਕਾਰ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਵੈਰ ਨਹੀਂ, ਕਿਉਂਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਅਸੀਂ ਸੱਜਣ ਆ, ਉਹ ਵੀ ਸਾਡੇ ਸੱਜਣ ਨੇ, ਪਰ ਜਿਹੜੀ ਉਹਨਾਂ 'ਚ ਜਿਹੜੀ ਨੀਤੀ ਹੈਗੀ ਨਾ, ਜ਼ੁਲਮ ਵਾਲੀ ਨੀਤੀ, ਜਬਰ ਵਾਲੀ ਨੀਤੀ, ਉਹ ਨੀਤੀ ਦਾ ਅਸੀਂ ਵਿਰੋਧ ਸਦਾ ਕਰਦੇ ਹਾਂ। ਸਾਡੇ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ, ਅਸੀਂ ਇਹਨਾਂ ਵਰਗੇ ਜਿਹੜੇ ਜ਼ੁਲਮ ਕਰਦੇ ਇਹਨਾਂ ਨੂੰ ਜ਼ਾਬਰ ਨੂੰ ਜ਼ਾਬਰ ਕਹਿਣਾ ਸਾਡਾ ਹੱਕ ਹੈ। ਅਸੀਂ ਜ਼ਾਬਰ ਨੂੰ ਜ਼ਾਬਰ ਕਹਿਣ ਵਾਸਤੇ ਉੱਥੇ ਲਾਲ ਕਿਲੇ ਪਹੁੰਚੇ ਸੀਗੇ, ਤੇ ਉੱਥੇ ਜਿਹੜਾ ਨਿਸ਼ਾਨ ਸਾਹਿਬ ਚੱਲਿਆ ਨਾ ਜੀ, ਉਹ ਵੀ ਇਹੀ ਕਹਿ ਰਿਹਾ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਉੱਥੇ ਕਿਸਾਨਾਂ ਦਾ ਝੰਡਾ ਵੀ ਝੂਲਿਆ ਜੀ, ਉੱਥੇ ਤਿਰੰਗਾ ਵੀ ਝੂਲਦਾ ਗਿਆ, ਕਿਉਂਕਿ ਤਿਰੰਗੇ ਲਈ, ਦੇਸ਼ ਲਈ ਸਾਡੇ ਬਜ਼ੁਰਗਾਂ ਨੇ ਬੜੀਆਂ ਤਾਂ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇਹ ਦੇਖਿਆ, ਸਾਰੇ ਪਰਿਵਾਰ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ, ਸਾਰੇ ਭਾਵੁਕ ਵੀ ਨੇ ਤੇ ਸਾਰੇ ਸ਼ੁਕਰਾਨਾ ਵੀ ਕਰ ਰਹੇ ਨੇ ਰੱਬ ਦਾ ਕਿ ਉਹਨਾਂ ਦਾ ਪੁੱਤ, ਉਹਨਾਂ ਦਾ ਪਤੀ, ਉਹਨਾਂ ਦੇ ਪਿਤਾ ਸਾਰੇ ਇੱਥੇ ਵਾਪਸ ਆ ਗਏ ਨੇ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਨਮਜੀਤ ਸਿੰਘ, ਲੁਧਿਆਣਾ।